ਸਾਧ ਕੇ ਸੰਗ ਨਾ ਬਿਰਥਾ ਜਾਵੇ। ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਕੋਈ ਵੀ ਖਾਲੀ ਹੱਥ ਨਹੀਂ ਜਾਵੇਗਾ। ਸਭ ਨੂੰ ਜਿੰਨੀ ਪਿਆਰ ਵਾਲਿਓ, ਜਿਹੜਾ ਗੁਰੂ ਦੀ ਸੰਗਤ ਕਰਦਾ ਹੈ, ਗੁਰਮੁਖ ਜਿਨ੍ਹਾਂ ਦੀ ਸੰਗਤ ਕਰੇਗਾ, ਉਹ ਕੁਝ ਨਾ ਕੁਝ ਜਿਹੜਾ ਖੱਟ ਕੇ ਇਸ ਸੰਸਾਰ ਤੋਂ ਜਾਵੇਗਾ। ਉਹਨਾਂ ਦੀ ਸੰਗਤ ਦੇ ਵਿੱਚੋਂ ਕੁਝ ਨਾ ਕੁਝ ਖੱਟੇਗਾ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਤਰੈ ਸਾਧ ਸੁਨ ਰਸੈ। ਹੁਣ ਪਰਮਾਤਮਾ ਵਸਦਾ ਕਿੱਥੇ ਹੈ? ਸਾਧ ਜਨਾਂ ਦੇ ਹਿਰਦੇ ਦੇ ਵਿੱਚ, ਭਗਤ ਜਨਾਂ ਦੇ ਹਿਰਦੇ ਦੇ ਵਿੱਚ। ਪਾਰ ਬ੍ਰਹਮ ਸਾਧ ਰਿਦ ਬਸੈ। ਰਿਦ ਦਾ ਅਰਥ ਹਿਰਦੇ ਦੇ ਵਿੱਚ ਵਸਦਾ। ਨਾਨਕ ਉਦਰੈ ਸਾਧ ਸੁਨ ਰਸੈ। हे ਨਾਨਕ, ਪਾਰ ਉਤਾਰਾ ਹੁੰਦਾ ਹੈ। ਜਿਸ ਪ੍ਰਕਾਰ ਸਾਧ ਜਨ ਜੁੜੇ ਹੋਏ ਨੇ ਆਪ ਪਰਮਾਤਮਾ ਦੇ ਨਾਲ, ਇਸੇ ਪ੍ਰਕਾਰ ਉਹਨਾਂ ਦੀ ਸੰਗਤ ਕਰਨ ਦੇ ਨਾਲ, ਰਸਨਾ ਦੇ ਉਤੋਂ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਪਾਰ ਉਤਾਰਾ ਹੁੰਦਾ। ਇਧਰ ਰਸਨਾ ਤੋਂ ਮੁਖ ਜੀਵ ਤਰ ਜਾਂਦਾ ਹੈ ਸਾਧ ਦੀ ਜ਼ੁਬਾਨੀ ਹਰ ਨਾਮ ਨੂੰ ਸੁਣ ਕੇ, ਜਿਹਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ, ਆਪ ਜਪੈ ਅਵਰਾ ਨਾਮ ਜਪਾਵੈ। ਉਹ ਆਪ ਤੇ ਤਰਿਆ ਹੀ ਹੈ, ਉਹਦੇ ਨਾਲ ਨਾਲ ਉਹਨੇ ਆਪਣੇ ਪਰਿਵਾਰ ਨੂੰ ਉਤਾਰ ਲਿਆ। ਜਿਹੜਾ ਉਹਦੀ ਸੰਗਤ ਦੇ ਵਿੱਚ ਗਿਆ, ਉਹਦਾ ਵੀ ਪਾਰ ਉਤਾਰਾ ਹੋ ਗਿਆ। ਸਾਧ ਕੈ ਸੰਗ ਸੁਨੋ ਹਰਿ ਨਾਉ, ਸਾਧ ਸੰਗ ਹਰਿ ਕੇ ਗੁਣ ਗਾਉ। ਹੁਣ ਹਰੇਕ ਦੇ ਮਨ ਦੀ ਇਹ ਇੱਛਾ ਹੁੰਦੀ ਹੈ, ਤੇ ਇਹ ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਮੇਰੇ ਵੀ ਮਨ ਦੀ ਇਹ ਇੱਛਾ ਹੈ ਵੀ ਮੈਂ ਵੀ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਾਵਾਂ, ਪਰਮਾਤਮਾ ਦੇ ਨਾਮ ਨੂੰ ਜਪਾਂ। ਸਾਧ ਕਾ ਸੰਗ ਸੁਨੋ ਹਰਿ ਨਾਉ, ਪਰਮਾਤਮਾ ਦੇ ਨਾਮ ਨੂੰ ਸੁਣਾ, ਤੇ ਇਹਦੇ ਤੋਂ ਅੱਗੇ ਸਾਧ ਸੰਗ ਹਰਿ ਕੇ ਗੁਣ ਗਾਓ। ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠ ਕੇ, ਗੁਰਮੁਖਾਂ ਦੀ ਸੰਗਤ ਦੇ ਵਿੱਚ ਬਹਿ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਵਾਂ, ਉਹਦੀ ਸਿਫਤ ਸਲਾਹ ਕਰਾਂ। ਕੰਨਾਂ ਦੇ ਨਾਲ ਸਿਫਤ ਸਲਾਹ ਨੂੰ ਸੁਣਨਾ ਤੇ ਰਸਨਾ ਦੇ ਨਾਲ ਸਿਫਤ ਸਲਾਹ ਕਰਨਾ। ਇਹ ਗੁਰਮੁਖਾਂ ਦੀ ਸੰਗਤ ਦੇ ਵਿੱਚ, ਜਾਂ ਤੁਸੀਂ ਇੱਦਾਂ ਕਹਿ ਲਓ ਵੀ ਜਿੱਥੇ ਸਤ ਸੰਗਤ ਹੁੰਦੀ ਹੋਵੇਗੀ, ਗੁਰੂ ਦੀ ਸੰਗਤ, ਜਾਂ ਜਿਸ ਜਗ੍ਹਾ ਦੇ ਉੱਤੇ ਪਰਮਾਤਮਾ ਨੂੰ ਸਿਮਰਨ ਵਾਲੇ ਬੈਠੇ ਹੋਣਗੇ, ਉੱਥੇ ਪਰਮਾਤਮਾ ਦੀ ਗੱਲ ਚੱਲੇਗੀ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਇਹੋ ਜਿਹੀ ਸੰਗਤ ਦੇ ਵਿੱਚ ਜਾ ਕੇ ਕੰਨਾਂ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਸੁਣਾ, ਨਾਮ ਨੂੰ ਸੁਣਾ, ਤੇ ਨਾਲ ਰਸਨਾ ਦੇ ਨਾਲ ਗੁਣਾਂ ਨੂੰ ਗਾਵਾਂ। ਸਾਧ ਕੈ ਸੰਗ ਨਾ ਮਨ ਧੀ ਬਿਸਰੈ, ਸਾਧ ਸੰਗ ਸਰਪਰ ਨਿਸਤਰੈ। ਤੇ ਦੂਜੀ ਗੱਲ, ਜਦੋਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਅਸੀਂ ਜਾਵਾਂਗੇ, ਸੰਗਤ ਕਰਾਂਗੇ ਸਾਧ ਜਨਾਂ ਦੀ, ਤੇ ਪਰਮਾਤਮਾ ਮਨ ਦੇ ਵਿੱਚੋਂ ਵਿਸਰਦਾ ਨਹੀਂ, ਪਰਮਾਤਮਾ ਭੁੱਲਦਾ ਨਹੀਂ, ਹਮੇਸ਼ਾ ਯਾਦ ਦੇ ਵਿੱਚ ਰਹੇਗਾ। ਮਨ ਤੇ ਵਿਸਰੈ ਨਾ, ਮਨ ਤੇ ਵਿਸਰੈ, ਮਨ ਤੋਂ ਨਹੀਂ ਵਿਸਰਦਾ। ਸਾਧ ਸੰਗ ਸਰਪਰ ਨਿਸਤਰੈ, ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਸਰਪਰ ਦਾ ਅਰਥ ਹੈ ਜ਼ਰੂਰ ਹੀ, ਵੀ ਜ਼ਰੂਰੀ ਹੀ ਪਾਰ ਉਤਾਰਾ ਹੋਵੇਗਾ। ਇਸ ਗੱਲ ਦਾ ਪੱਕਾ ਹੈ, ਪੱਕੀ ਗੱਲ ਹੈ, ਇਹਦੇ ਵਿੱਚ ਕੋਈ ਕਿਸੇ ਦੋ ਰਾਵਾਂ ਨਹੀਂ। ਜੇਕਰ ਕੋਈ ਆਪ ਜੁੜਿਆ ਹੋਇਆ ਹੈ, ਜਿਸ ਨੇ ਆਪ ਨੂੰ ਸਾਧ ਲਿਆ, ਤੇ ਜੇਕਰ ਕੋਈ ਇਹੋ ਜਿਹੇ ਪਿਆਰੇ ਦੀ ਕੋਈ ਸੰਗਤ ਕਰਦਾ ਹੈ, ਤੇ ਉਹ ਜ਼ਰੂਰ ਹੀ ਇਸ ਸੰਸਾਰ ਦੇ ਉੱਤੋਂ ਪਾਰ ਉਤਾਰਾ ਕਰ ਲਵੇਗਾ, ਤਰ ਜਾਵੇਗਾ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਕਟ ਕਟ ਡਿਠਾ। ਹੁਣ ਸਾਧ ਜਨਾਂ ਦੀ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਪਰਮਾਤਮਾ ਦੇ ਨਾਮ ਨੂੰ ਜਪਿਆ, ਰਸਨਾ ਨੂੰ ਸਵਾਦ ਆਇਆ, ਰਸਨਾ ਨੂੰ ਸਵਾਦ ਆਇਆ ਤੇ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਤੇ ਉਹਦੇ ਤੋਂ ਬਾਅਦ ਸਾਧੂ ਕੈ ਸੰਗ ਘਟ ਘਟ ਡਿਠਾ, ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਮਨੁੱਖ ਘਟ ਘਟ ਦਾ ਅਰਥ ਹਰੇਕ ਸਰੀਰ ਵਿੱਚ, ਘਟ ਸਰੀਰ, ਸਿਆਰੀ ਲੱਗੀ ਹੈ ਸਰੀਰ ਦੇ ਵਿੱਚ,
ਤੇ ਜਦੋਂ ਮਨੁੱਖ ਨੂੰ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ, ਹਰੇਕ ਸਰੀਰ ਦੇ ਵਿੱਚੋਂ ਉਹ ਪਰਮਾਤਮਾ ਨਜ਼ਰ ਆਵੇਗਾ, ਤੇ ਫਿਰ ਮਨੁੱਖ ਧੋਖਾ ਕਿਹਦੇ ਨਾਲ ਕਰੇਗਾ, ਠੱਗੀ ਕਿਹਦੇ ਨਾਲ ਕਰੇਗਾ, ਸਾਰਿਆਂ ਨੂੰ ਆਪਣਾ ਸਮਝੇਗਾ। ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ, ਹਰ ਸਰੀਰ ਦੇ ਵਿੱਚੋਂ, ਹਰ ਘਟ ਦੇ ਵਿੱਚੋਂ, ਕਣ ਕਣ ਦੇ ਵਿੱਚੋਂ ਉਹ ਪਰਮਾਤਮਾ ਜਿਹੜਾ ਨਜ਼ਰ ਆਉਂਦਾ ਹੈ। ਸਾਧ ਸੰਗ ਭਈ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ। ਹੁਣ ਸਾਧ ਜਨਾਂ ਦੀ ਸੰਗਤ ਵਿੱਚ, ਸਾਧੂ ਦੀ ਸੰਗਤ ਦੇ ਵਿੱਚ ਮਨੁੱਖ ਆਗਿਆਕਾਰ ਬਣਦਾ ਹੈ। ਸਾਧ ਸੰਗ ਗਤ ਭਈ ਹਮਾਰੀ, ਤੇ ਇਸ ਜਗ੍ਹਾ ਦੇ ਉੱਤੇ ਆ ਕੇ ਵੀ ਮਨੁੱਖ ਦੀ ਜਿਹੜੀ ਅਵਸਥਾ ਹੈ, ਮਨੁੱਖ ਦੀ ਜਿਹੜੀ ਗਤੀ ਹੈ, ਉਹ ਸੁਧਰ ਜਾਂਦੀ ਹੈ। ਮਨੁੱਖ ਦਾ ਜੀਵਨ ਸੁਧਰ ਜਾਂਦਾ ਹੈ, ਮਨੁੱਖ ਦੇ ਕਾਰਜਾਂ ਦੇ ਵਿੱਚ ਫਰਕ ਪੈ ਜਾਂਦਾ ਹੈ, ਮਨੁੱਖ ਦੀ ਸੋਚਣੀ ਦੇ ਵਿੱਚ ਫਰਕ ਪੈ ਜਾਂਦਾ ਹੈ। ਸੋਚਣਾ ਕੀ ਹੈ, ਕਿਹੜਾ ਕਾਰਜ ਚੰਗਾ, ਕਿਹੜਾ ਚੀਜ਼ ਮਾੜੀ ਹੈ। ਕਿਉਂ ਜਿਸ ਜਗ੍ਹਾ ਦੇ ਉੱਤੋਂ ਚੰਗਿਆਈ ਦੀ ਗੱਲ ਹੋਵੇਗੀ, ਸਾਨੂੰ ਚੰਗਾ ਸੋਚਣਾ ਦਾ ਦੱਸਿਆ ਜਾਵੇਗਾ, ਫਿਰ ਮਨੁੱਖ ਉਹ ਸੋਚ ਨੂੰ ਧਾਰਨ ਕਰ ਲੈਂਦਾ ਹੈ। ਜਿਹੋ ਜੀ ਸੰਗਤ ਦੇ ਵਿੱਚ ਰਹੇਗਾ, ਉਹੋ ਜਿਹਾ ਪ੍ਰਭਾਵ ਹੋਵੇਗਾ। ਮਾੜਿਆਂ ਦੀ ਸੰਗਤ ਵਿੱਚ ਮਾੜਾ ਪ੍ਰਭਾਵ, ਗੁਰਮੁਖਾਂ ਦੀ ਸੰਗਤ ਦੇ ਵਿੱਚ ਚੰਗਾ ਪ੍ਰਭਾਵ। ਨਾਮ ਜਪਣ ਵਾਲਿਆਂ ਕੋਲ ਬਹਿ ਜਾਵੋ, ਨਾਮ ਦੀ ਗੱਲ ਹੋਵੇਗੀ। ਕਿਸੇ ਨਸ਼ੇ ਕਰਨ ਵਾਲਿਆਂ ਕੋਲ ਬਹਿ ਜਾਵੋ, ਨਿੰਦਿਆ ਚੁਗਲੀ ਕਰਨ ਵਾਲਿਆਂ ਕੋਲ ਬਹਿ ਜਾਵੋ, ਉੱਥੇ ਨਿੰਦਿਆ ਦੀ ਗੱਲ ਹੋਵੇਗੀ। ਨਸ਼ਿਆਂ ਵਾਲਿਆਂ ਕੋਲ ਨਸ਼ੇ ਦੀ ਗੱਲ ਹੋਵੇਗੀ। ਤੇ ਇਸੇ ਪ੍ਰਕਾਰ ਵੀ ਇੱਕ ਤੇ ਬੰਦੇ ਦੀ ਜਿਹੜੀ ਗਤੀ ਹੈ ਉਹ ਸੁਧਰ ਜਾਂਦੀ ਹੈ, ਉਹਦਾ ਜੀਵਨ ਸੁਧਰ ਜਾਂਦਾ ਹੈ। ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਹੁਣ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ, ਸਾਧੂ ਦੀ ਸੰਗਤ ਦੇ ਵਿੱਚੋਂ ਸਭ ਜਿਹੜੇ ਰੋਗ ਨੇ ਇਹ ਦੂਰ ਹੋ ਜਾਂਦੇ ਨੇ। ਰੋਗ ਕਿਹੜੇ? ਜਿਹਨੂੰ ਅਸੀਂ ਵਿਕਾਰ ਵੀ ਕਹਿ ਲੈਂਦੇ ਹਾਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਾਨਸਿਕ ਰੋਗ ਨੇ ਜਿਹੜੇ। ਸਰੀਰਕ ਰੋਗ ਦੇ ਲਈ ਬੰਦਾ ਦਵਾਈ ਦਾ ਪ੍ਰਬੰਧ ਕਰਦਾ ਹੈ, ਪਰ ਕਦੇ ਵੀ ਬੰਦੇ ਨੂੰ ਹੁਣ ਲਾਲਚ ਦਾ ਰੋਗ ਲੱਗਾ ਹੋਵੇ, ਉਹ ਕਦੇ ਵੀ ਇਲਾਜ ਨਹੀਂ ਚਾਹੁੰਦਾ। ਪਰ ਉਹਨਾਂ ਦਾ ਇਲਾਜ ਗੁਰੂ ਦੇ ਕੋਲ ਹੈ। ਤੇ ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤ ਕਰੇਗਾ ਤੇ ਇਹ ਮਾਨਸਿਕ ਜਿਹੜੇ ਰੋਗ ਨੇ, ਇਹਨਾਂ ਰੋਗਾਂ ਤੋਂ ਛੁਟਕਾਰਾ ਮਿਲੇਗਾ, ਰੋਗ ਕੱਟੇ ਜਾਣਗੇ। ਨਾਨਕ ਸਾਧ ਭੇਟੇ ਸੰਜੋਗ। हे ਨਾਨਕ, ਇਹੋ ਜਿਹੇ ਜਿਹੜੇ ਗੁਰਮੁਖ ਜਨ ਨੇ, ਇਹਨਾਂ ਦੀ ਜਿਹੜੀ ਸੰਗਤ ਹੈ ਉਹ ਵੱਡੇ ਭਾਗਾਂ ਨਾਲ ਮਿਲਦੀ ਹੈ, ਸੰਜੋਗਾਂ ਦੇ ਨਾਲ। ਜੇਕਰ ਸੰਜੋਗ ਚੰਗੇ ਬਣੇ ਹੋਣ, ਵੱਡੇ ਬੰਦੇ ਦੇ ਭਾਗ ਹੋਣ, ਤੇ ਇਹੋ ਜਿਹਿਆਂ ਦੀ ਸੰਗਤ ਮਿਲਦੀ ਹੈ। ਸਾਧ ਕੀ ਮਹਿਮਾ ਭੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਹੁਣ ਸਾਧੂ ਦੀ ਜੇਕਰ ਵਡਿਆਈ ਦੀ ਗੱਲ ਕਰੀਏ ਤੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਅਸੀਂ ਵੇਦ ਮੰਨੇ ਜਾਂਦੇ ਨੇ। ਕਹਿੰਦੇ ਵੇਦ ਵੀ ਇਹਨਾਂ ਦੀ ਵਡਿਆਈ ਨਹੀਂ ਦੱਸ ਸਕੇ ਵੀ ਇਹਨਾਂ ਦੀ ਕਿੰਨੀ ਸ਼ੁਭ ਹੈ। ਕਿਉਂ? ਜੇਤਾ ਸੁਣੈ, ਜਿਸ ਨੇ ਜਿੰਨਾ ਕੁ ਸੁਣਿਆ, ਤੇਤਾ ਬਖਿਆਨੈ, ਉਹਨਾਂ ਕੁ ਬੰਦੇ ਨੇ ਬਿਆਨ ਕਰ ਦਿੱਤਾ। ਜਿਸ ਨੂੰ ਜਿੰਨੀ ਕੁ ਸਮਝ ਆਈ, ਉਹਨਾਂ ਕੁ ਉਹਦੇ ਬਾਰੇ ਦੱਸ ਦਿੱਤਾ, ਤੇ ਉਹਨਾਂ ਹੀ ਬਖਿਆਨ ਕਰਦਾ। ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਇਹ ਤੇ ਦਾ ਅਰਥ ਹੈ ਤਿੰਨ। ਤ੍ਰੈ ਗੁਣ ਅਸੀਂ ਮੰਨਦੇ ਹਾਂ ਨਾ, ਮਾਇਆ ਦੇ ਤਿੰਨ ਰੂਪ ਮੰਨਣੇ ਆ। ਵੀ ਸਾਧੂ ਦੀ ਜਿਹੜੀ ਉਪਮਾ ਹੈ ਉਹ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਹੈ। ਇਹਨਾਂ ਤਿੰਨਾਂ ਮਾਇਆ ਦੇ ਤ੍ਰੈ ਗੁਣ ਨੇ, ਰਜੋ ਸਤੋ ਤਮੋ, ਇਹਦੇ ਤੋਂ ਉੱਪਰ ਹੈ। ਸਾਧ ਕੀ ਉਪਮਾ ਰਹੀ ਭਰਪੂਰ, ਕਿਹਦੇ ਕਰਕੇ? ਕਿਉਂਕਿ ਜਿਸ ਪ੍ਰਕਾਰ ਮਾਲਕ ਪਰਮਾਤਮਾ ਸਭ ਵਿੱਚ ਭਰਪੂਰ ਹੈ, ਰਮਿਆ ਹੋਇਆ, ਤੇ ਸਾਧੂ ਦੇ ਵਿੱਚ ਰੱਬ ਵਸਦਾ, ਤੇ ਉਹ ਪਰਮਾਤਮਾ ਜਿਹੜਾ ਸਾਧ ਹੈ, ਉਸ ਦੀ ਵਡਿਆਈ ਪਰਮਾਤਮਾ ਦੀ ਵਡਿਆਈ ਜਿੰਨੀ ਹੈ। ਸਾਧ ਕੀ ਸ਼ੋਭਾ ਕਾ ਨਾਹੀ ਅੰਤ,
ਸਾਧ ਕੀ ਸ਼ੋਭਾ ਸਦਾ ਬੇਅੰਤ। ਹੁਣ ਇਹੋ ਜਿਹੇ ਸਾਧੂ ਜਨਾਂ ਦੀ ਜਿਹੜੀ ਸ਼ੋਭਾ ਹੈ, ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਹਨਾਂ ਦੀ ਸ਼ੋਭਾ ਬੇਅੰਤ ਹੈ। ਸਾਧ ਕੀ ਸ਼ੋਭਾ ਉਚਤੀ ਉੱਚੀ, ਸਾਧ ਕੀ ਸ਼ੋਭਾ ਮੂਚਤੀ ਮੁਚੀ। ਉਹਨਾਂ ਦੀ ਵਡਿਆਈ ਸਭ ਤੋਂ ਉੱਚੀ ਹੈ ਤੇ ਮੂਚ ਤੋਂ ਮੁੱਚੀ ਸਭ ਤੋਂ ਵੱਡੀ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਾਧ ਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਤੇ ਇੱਥੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਸਾਧੂ ਦੀ ਜਿਹੜੀ ਸ਼ੋਭਾ ਹੈ, ਜਿਨ੍ਹਾਂ ਨੂੰ ਵੇਦਾਂ ਨੇ ਵਿਖਿਆਨ ਨਹੀਂ ਕਰ ਸਕੇ, ਜਿੰਨਾ ਕੁ ਸੁਣਿਆ ਕਿਸੇ ਨੇ ਵਿਖਿਆਨ ਕਰ ਦਿੱਤਾ, ਉਹ ਜਿਹੜਾ ਸਾਧੂ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ। ਤੇ ਜਦੋਂ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਗਏ ਤੇ ਉਹਦੀ ਜਿਹੜੀ ਵਡਿਆਈ ਹੈ ਉਹ ਸਾਧੂ ਨੂੰ ਹੀ ਬਣ ਆਉਂਦੀ ਹੈ, ਉਹੀ ਜਾਣਦਾ ਹੈ। ਤੇ ਨਾਨਕ ਸਾਧ ਪ੍ਰਭ ਭੇਦ ਨਾ ਪਾਈ। हे ਨਾਨਕ, ਫਿਰ ਸਾਧੂ ਜਨਾਂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ, ਇੱਕਮਿਕ ਹੋ ਜਾਂਦੇ ਨੇ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕਿਆ ਪਛਾਣੀ। ਹੁਣ ਇੱਕ ਹੋ ਗਏ ਨੇ, ਕੋਈ ਉਸ ਦੇ ਭੇਦ ਨੂੰ ਜਾਣ ਨਹੀਂ ਸਕਦਾ, ਕੋਈ ਪਛਾਣ ਨਹੀਂ ਕਰ ਸਕਦਾ ਵੀ ਕਬੀਰ ਕੀ ਹੈ ਤੇ ਰਾਮ ਕੌਣ। ਇੱਕ ਹੋ ਗਏ ਨੇ, ਵਿਚਾਰਧਾਰਾ ਇੱਕ ਹੋ ਗਈ, ਪਰਮਾਤਮਾ ਆ ਕੇ ਵਸ ਗਿਆ ਕਬੀਰ ਦੇ ਵਿੱਚ। ਤੇ ਇੱਥੋਂ ਤੱਕ